Hello everyone, myself Navneet. Welcome back to my YouTube channel. Firstly, subscribe my channel if you want to boost your score in IELTS as well as in PT. Today I will give you the first lecture of PT. What is PT and what is the difference between IELTS? IELTS is one of the tests that the person have to do and it is taken manually. Whereas the test of PT is totally computerized and computer based test. ਜਿਹੜਾ ਆਇਲਸ ਵਾਲਾ ਟੈਸਟ ਹੈ ਉਹ ਆਪਾਂ ਨੂੰ ਮੈਨੂਅਲੀ ਕਰਨਾ ਪੈਂਦਾ ਸਪੀਕਿੰਗ ਰੀਡਿੰਗ ਰਾਈਟਿੰਗ ਸਭ ਕੁਝ ਜਿਹੜਾ ਆਪਣਾ ਹੁੰਦਾ ਉਹ ਮੈਨੂਅਲ ਹੀ ਹੁੰਦਾ ਬਟ ਜਿਹੜਾ ਵੇਅਰ ਐਸ ਜਿਹੜਾ ਪੀਟੀ ਆ ਉਹ ਕੰਪਿਊਟਰਾਈਜ਼ਡ ਹੋਊਗਾ ਐਂਡ ਜਿਹੜਾ ਸਪੀਕਿੰਗ ਰੀਡਿੰਗ ਰਾਈਟਿੰਗ ਤੇ ਲਿਸਨਿੰਗ ਹੈ ਜਿਹੜਾ ਉਹ ਆਪਾਂ ਪਰਫਾਰਮ ਕਰਾਂਗੇ ਕੰਪਿਊਟਰ ਤੇ ਸੋ ਅੱਜ ਮੈਂ ਡਿਸਕਸ ਕਰਾਣਾ ਹੈ ਵਾਟ ਇਜ਼ ਪੀਟੀ ਪੀਟੀ ਇੱਕ ਪਰਸਨ ਟੈਸਟ ਆ ਜਿਹਦੇ ਵਿੱਚ ਆਪਾਂ ਨੇ ਕੀ ਆ ਕੰਪਿਊਟਰ ਤੇ ਹੀ ਸਾਰਾ ਕੁਝ ਪਰਫਾਰਮ ਕਰਨਾ ਹੁੰਦਾ ਅੱਡ ਅੱਡ ਪੋਰਸ਼ਨਸ ਦੇ ਵਿੱਚ ਵੀ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਇੰਟਰੋਡਕਸ਼ਨ ਆਫ ਪੀਟੀ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਕਿੱਦਾਂ ਦੇ ਮੋਡਿਊਲ ਹੁੰਦੇ ਆ ਕਿ ਕੁਝ ਹੁੰਦਾ ਕਿ ਕੁਝ ਚਾਰੇ ਸ਼ਕਤੀਆਂ ਚੈੱਕ ਹੋਣਗੀਆਂ ਸੇਮ ਐਜ਼ ਇਨ ਦਾ ਆਇਲਸ ਆਇਲਸ ਦੇ ਵਿੱਚ ਜਿਵੇਂ ਹੁੰਦਾ ਉਵੇਂ ਪੀਟੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਚਾਰ ਸ਼ਕਤੀਆਂ ਉਹੀ ਚੈੱਕ ਹੋਣਗੀਆਂ ਸਪੀਕਿੰਗ ਲਿਸਨਿੰਗ ਰੀਡਿੰਗ ਐਂਡ ਰਾਈਟਿੰਗ ਆਲਸੋ but little bit difference can be noticed. PT is too easy as compared to IELTS. IELTS ਦੇ ਵਿੱਚ ਮੈਨੂਅਲੀ ਪ੍ਰਪੇਅਰ ਹੋਣਾ ਪੈਂਦਾ ਬਟ ਇਹਦੇ ਵਿੱਚ ਕੀ ਆ ਪ੍ਰੈਕਟਿਸ ਦੋਨਾਂ 'ਚ ਹੀ ਮਸਟ ਹੈ ਬਿਕੋਜ਼ ਐਵਰੀਵਨ ਨੋ ਦੈਟ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ PT ਲਈ ਵੀ ਸਕੋਰ ਬੂਸਟ ਕਰਨ ਵਾਸਤੇ ਬਹੁਤ ਪ੍ਰੈਕਟਿਸ ਦੀ ਲੋੜ ਆ ਬਟ ਕਿਹੜੇ ਪੋਰਸ਼ਨਸ ਤੇ ਤੁਹਾਨੂੰ ਵੱਧ ਜ਼ੋਰ ਦੇਣ ਦੀ ਲੋੜ ਹੈ ਤੇ ਕਿਹੜੇ ਪੋਰਸ਼ਨ ਦੇ ਜਿਹੜੇ ਮਾਰਕਸ ਡਿਸਟ੍ਰੀਬਿਊਸ਼ਨ ਸੈਕਸ਼ਨ ਹੈ ਉਹ ਸਾਰਾ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆ ਜਾਂਦਾ ਆਪਣੇ ਕੋਲੇ ਸਪੀਕਿੰਗ ਸੈਕਸ਼ਨ ਦ ਫਸਟ ਮੋਡਿਊਲ ਦੈਟ ਵੀ ਵਿਲ ਡਿਸਕਸ ਅਬਾਊਟ ਸਪੀਕਿੰਗ ਇਨ ਦ PT ਸਪੀਕਿੰਗ ਦੇ ਵਿੱਚ ਫਰਦਰ ਆਪਣੇ ਕੋਲੇ 5 ਟਾਈਪਸ ਹੁੰਦੀਆਂ ਨੇ ਸਭ ਤੋਂ ਜਿਹੜੀ ਫਸਟ ਟਾਈਪ ਹੁੰਦੀ ਆ ਉਹ ਹੁੰਦੀ ਹੈ ਰੀਡ ਅਲਾਊਡਸ ਦਾ ਮਤਲਬ ਕੀ ਹੁੰਦਾ ਹੈ ਇੱਕ ਸਮਾਲ ਜਿਹਾ ਪੈਰਾਗ੍ਰਾਫ you have to take and you have to speak ਇੱਕ small ਜਿਹਾ ਜਿਹੜਾ ਪੈਰਾਗ੍ਰਾਫ ਹੁੰਦਾ ਹੈ ਉਹ ਤੁਹਾਨੂੰ ਕੰਪਿਊਟਰ ਤੇ ਦਿੱਤਾ ਜਾਊਗਾ then after that you have some seconds in order to prepare it ਫਿਰ ਉਹਨੂੰ one by one ਬੋਲਣਾ coherence and coordination are must in order to get the score in PT ਦੇ ਹਰ ਮੋਡਿਊਲ ਦੇ ਵਿੱਚ coherence ਚਾਹੀਦਾ ਹੁੰਦਾ ਕਈ ਬੱਚਿਆਂ ਨੂੰ ਇੱਦਾਂ ਹੁੰਦਾ ਕਿ ਬਹੁਤ ਫਾਸਟਲੀ ਪੜਾਂਗੇ ਤੇ ਬਹੁਤ ਭੱਜਾਂਗੇ ਸ਼ਾਇਦ ਸਾਡੇ ਸਕੋਰ ਆ ਜਾਣ ਪਰ ਇੱਦਾਂ ਸਕੋਰ ਨਹੀਂ ਆਉਂਦਾ ਬਟ ਮੈਂ ਡਿਸਕਸ ਕਰੂੰਗੀ ਕਿੱਦਾਂ ਪਰਫਾਰਮ ਕਰਨਾ ਵਨ ਬਾਈ ਵਨ ਜਿਵੇਂ ਆਪਾਂ ਅੱਜ ਸਪੀਕਿੰਗ ਦਾ ਇੱਕ ਪਾਰਟ ਡਿਸਕਸ ਕਰਾਂਗੇ ਉਵੇਂ ਕਮਿੰਗ ਡੇਜ਼ ਦੇ ਵਿੱਚ ਅਨਦਰ ਪਾਰਟਸ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਪਾਰਟ ਹੈ ਉਹ ਹੈ ਸਪੀਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੇ ਆ ਰੀਡ ਅਲਾਊਡਸ ਸਮ ਆਫ ਦਾ ਪੈਰਾਗ੍ਰਾਫਸ ਯੂ ਹੈਵ ਟੂ ਸਪੀਕ ਲਾਊਡਲੀ ਤੁਹਾਨੂੰ ਸਪੀਕ ਕਰਨਾ ਹੋਊਗਾ ਇੱਕ ਸਮਾਲ ਜਿਹਾ ਪੈਰਾਗ੍ਰਾਫ ਹੋਊਗਾ ਉਹਨੂੰ ਜਸਟ ਪੜ੍ਹਨਾ ਹੋਊਗਾ ਉਹਦੇ ਵਿੱਚ ਤੁਹਾਡੀ ਕੋਹਰੈਂਸ ਕੋਆਰਡੀਨੇਸ਼ਨਸ ਹੋਣਗੇ ਤੇ ਜਿਹਦੇ ਵਿੱਚ ਤੁਹਾਡੇ 3 ਪੋਰਸ਼ਨਸ ਦੇ ਵਿੱਚ ਮਾਰਕਸ ਹੋਣਗੇ ਕੰਟੈਂਟ pronunciation and fluency next one is a repeat sentence ਦਾ ਮਤਲਬ ਕੀ ਹੈ ਇੱਕ ਸੈਂਟੈਂਸ ਹੈ ਜਿਹੜਾ ਉਹ ਬੋਲਿਆ ਜਾਊਗਾ then ਉਸ ਤੋਂ ਬਾਅਦ you have to listen and on the spot within 3 seconds you have to prepare and speak loudly ਉਸ ਤੋਂ ਬਾਅਦ ਉਹ ਜਿਹੜਾ ਸੈਂਟੈਂਸ ਹੈ ਤੁਹਾਨੂੰ ਸੁਣੂਗਾ ਤੇ ਉਹ ਤੋਂ ਬਾਅਦ ਤੁਸੀਂ ਉਹਨੂੰ ਮਤਲਬ ਕੀ ਕਰਨਾ ਹੈ on the spot ਹੀ ਬੋਲ ਦੇਣਾ ਨੈਕਸਟ ਹੈ ਡਿਸਕ੍ਰਾਈਬ ਇਮੇਜ ਇੱਦਾਂ ਹੁੰਦਾ ਜਿਵੇਂ ਆਇਲਸ ਦੇ ਵਿੱਚ ਟਾਸਕ 1 ਦੇ ਵਿੱਚ ਸਮ ਆਫ ਦਾ ਇਮੇਜਸ ਹੁੰਦੀਆਂ ਬਾਰ ਗ੍ਰਾਫ ਲਾਈਨ ਗ੍ਰਾਫ ਇੱਕ ਪਿਕਚਰਾਈਜੇਸ਼ਨ ਪੋਰਸ਼ਨ ਹੋਊਗਾ ਉਹਨੂੰ ਰਿਪਰੈਜ਼ੈਂਟ ਕਰਨਾ ਹੋਊਗਾ ਜਿਵੇਂ ਸਪੋਜ਼ ਕਰੋ ਕਿਸੇ ਦੀ ਕਿਰਿਆ ਐਕਸਪਲੇਨ ਕਰਤੀ ਕੋਈ ਸਾਈਕਲ ਡਿਫਾਈਨ ਕਰਤਾ ਫੋਰ ਐਗਜ਼ਾਮਪਲ ਆਪਾਂ ਨੇ ਚਾਹ ਬਣਾਉਣ ਦੀ ਕਿਰਿਆ ਡਿਫਾਈਨ ਕਰਤੀ ਵੀ ਹਾਂ ਸਭ ਤੋਂ ਪਹਿਲਾਂ ਕੀ ਆ ਕੰਟੇਨਰ ਦੇ ਵਿੱਚ ਵਾਟਰ ਪਾ ਕੇ ਉਹਨੂੰ ਪਿਕਚਰਾਈਜੇਸ਼ਨ 'ਚ ਸ਼ੋ ਕਰਤਾ ਫਿਰ ਐ ਹੁੰਦਾ ਉਹ ਸਾਰਾ ਕੀ ਆ ਡਿਸਕ੍ਰਾਈਬ ਇਮੇਜ ਥੀਸ ਆਰ ਵੈਰੀ ਈਜ਼ੀ ਅਕੋਰਡਿੰਗ ਟੂ ਦਾ ਟੈਂਪਲੇਟ ਆਈ ਵਿਲ ਆਲਸੋ ਸ਼ੇਅਰ ਮਾਈ ਟੈਂਪਲੇਟ in which the candidates have gotten many scores so it will be a fruitful for you if you follow my all templates so describe image ਇੱਦਾਂ describe ਕਰਨੀ ਆ ਉਸ ਤੋਂ ਬਾਅਦ ਕੀ ਆ ਜਾਂਦਾ ਰੀਟੇਲ ਲੈਕਚਰ ਦਾ ਮਤਲਬ ਇਹ ਹੈ ਇੱਕ ਸਿੰਪਲ ਜਿਵੇਂ ਮੈਂ ਤੁਹਾਨੂੰ ਪੀਟੀ ਦਾ ਲੈਕਚਰ ਦੇ ਰਹੀ ਹਾਂ ਉਸ ਅਕੋਰਡਿੰਗ ਇੱਕ ਲੈਕਚਰ ਆਊਗਾ ਜਿਹਦੇ ਵਿੱਚੋਂ ਤੁਹਾਨੂੰ ਕੁਝ ਕੀਵਰਡਸ ਜਿਹੜੇ ਆ ਉਹ ਚੱਕ ਕੇ ਲਿਖਣੇ ਹੁੰਦੇ ਆ ਉਸ ਤੋਂ ਬਾਅਦ ਉਹਦਾ ਇੱਕ ਟੈਂਪਲੇਟ ਹੁੰਦਾ ਜਿਹਦੇ ਵਿੱਚ ਤੁਹਾਨੂੰ ਇਹਨੂੰ ਐਕਸਪਲੇਨ ਕਰਨਾ ਪਊਗਾ Last one is a short answer type questions ਦਾ ਮਤਲਬ ਕੀ ਹੁੰਦਾ ਕਿ ਜਿਹੜੇ short questions ਹੋਣਗੇ you have to speak for 1 minute ਤੁਹਾਨੂੰ ਮਤਲਬ 1 minute ਨਹੀਂ ਸੌਰੀ choose one word according to the question then give the answer then next ਨਾਲ ਦੀ ਨਾਲ ਕਰੋ ਤਾਂ ਕਿ ਤੁਹਾਡਾ next question ਹੋ ਜਾਵੇ ਕਿਉਂਕਿ ਉਹਦੇ ਵਿੱਚ fluency ਤੇ pronunciation ਹੈ ਜਿਹੜੀ ਫਿਰ ਉਹ ਡਾਊਨ ਚਲੇ ਜਾਂਦੀ ਹੈ ਜੇ ਆਪਾਂ next ਨਹੀਂ ਕਰਦੇ ਜਿਵੇਂ ਸਪੋਜ਼ ਕਰੋ 7 colors splitting in the sky or appeared in the sky is known as a rainbow ਕਹਿੰਦੇ ਆ ਨਾ ਉਹਨੂੰ ਤਾਂ ਫਿਰ ਉਹ ਕੁਐਸਚਨ ਪੁੱਛਣਗੇ when the 7 color appear in the sky how what we can say ਆਪਾਂ ਕੀ ਕਹਿ ਸਕਦੇ ਆ ਉਹਨੂੰ ਤਾਂ ਉਹ ਕੀ ਹੋਊਗਾ ਰੇਨਬੋ what come after the Monday Tuesday
ਤਾਂ इदां दे जिहड़े शॉर्ट क्वेश्चनस आ वो तुहानूं इहदे विच एक्सप्लेन करने होणगे वो आपां 1 बाय 1 मतलब ਉਹਨੂੰ बोल के नाल दी नाल अपनी फ्लूएंसी ते कोहेरेंस कंटिन्यू रखना। हुण आपां डिस्कस करांगे कि इन्हां दी मार्क्स डिस्ट्रीब्यूशन किद्दां हुंदा। आल्स दे विच की हुंदा कि जिहड़े मार्क्स हुंदे आ वो ऑलमोस्ट रीडिंग दे रीडिंग च, लिसनिंग दे लिसनिंग च, स्पीकिंग दे स्पीकिंग च, राइटिंग दे राइटिंग च, बट इहदे विच इदां नहीं हुंदा। स्पीकिंग इज़ वेरी वेरी इंपॉर्टेंट बिकॉज स्पीकिंग दे जिहड़े मार्क्स है वो अपने जाणगे रीडिंग दे विच एंड लिसनिंग दे विच। सो मस्ट अवेयर रिगार्डिंग द स्पीकिंग। सब तो पहला अपने रीड अलाउड्स होणगे। रीड अलाउड्स दे विच जिहड़ा पैराग्राफ आपां ने रीड आउट करना है उहदे विच जिहड़े कंटेंट पोर्शन इन द सेंस भी जिहड़े उहदे विच वर्ड्स वगैरह होणगे उन्हां नूं तुसीं किवें बोलना है ਤਾਂ ਉਹਨਾਂ ਨੂੰ ਜੇ ਤੁਸੀਂ ਰਾਈਟ ਪ੍ਰੋਨਾਂਸ ਸਪੋਜ਼ ਕਰੋ ਕੰਟੈਂਟ ਪੋਰਸ਼ਨ ਆ ਤਾਂ ਕੰਟੈਂਟ ਨੂੰ ਜੇ ਤੁਸੀਂ ਕੰਟੈਂਟ ਬੋਲਿਆ ਤਾਂ ਤੁਹਾਨੂੰ ਕੰਟੈਂਟ ਦੇ ਮਾਰਕਸ ਮਿਲ ਜਾਣਗੇ। ਬਟ ਜੇ ਤੁਸੀਂ ਕੰਟੈਂਟ ਨੂੰ ਕੰਟੀਨੈਂਟ, ਕਨੈਂਟ, ਕਾਇਮੈਂਟ कुछ भी बोलता एवें रॉन्ग प्रनाउंस करता तो थोड़ा जी मतलब ये कंटेंट के मार्क्स है वो नहीं मिलणगे तो रीडिंग का स्कोर है जो लूज चला जाऊगा। रीड अलाउड्स तो जो स्कोर अपने रीडिंग के डिस्ट्रीब्यूट होंगे वो होंगे 19 to 21, 19 to 21, मिनीमम 19, मैक्सीमम 21। ये डिपेंड करता कई बार रीड अलाउड्स की जी क्वेंटिटी है वो ज़्यादा भी हो जाती है, कई बार घट होंगी है। जे घट होगी तो 19 जाएंगे, जे वध होगी तो 21 जाएंगे। उस तो बाद आ जाता रिपीट सेंटेंस। दीज आर वेरी वेरी इंपॉर्टेंट फॉर द लिसनिंग पार्ट। लिसनिंग दे विच ऑलमोस्ट ये भी 90 to 21 जो मार्क्स हैं वो थोड़ी लिसनिंग दे विच काउंट होंगे। लिसनिंग दे विच किद्दां काउंट होंगे जिन्ना तुसीं कंटेंट ये विच चकोगे तो इनू किवें प्रनाउंस करना है, किवें इहदे प्रैपरेशन करनी है, की कुछ करना है। 1 by 1 मैं स्टैप बाय स्टैप थोनों इन्नी चंगी तरह दसूँगी जिहदे नाल ऑलमोस्ट थोड़ी 1 days दे विच भी बहुत ज़्यादा इंप्रूवमेंट होगी। उस तो बाद आ जाता डिस्क्राइब इमेज, रिटन लेक्चर एंड शॉर्ट आंसर टाइप क्वेश्चन। जिहड़े शॉर्ट आंसर टाइप क्वेश्चन है दीज आर मतलब एक तरह के यूजलैस ही कह सकते हैं आप, क्योंकि इन्ने इंपॉर्टेंट नहीं हो सकते कि ये मार्क्स बूस्ट करते हैं। बट एक जो क्वेश्चन है 4 to 5 क्वेश्चन आएंगे तो एक क्वेश्चन का मार्क्स है जो एक ही मिलूगा, फालतू नहीं मिलता आपको। तो करके ये जो मार्क्स है वो लिसनिंग के भी थोड़े बहुते जाते हैं 1-2 नंबर, तो फिर बट ये इन्ने इंपॉर्टेंट नहीं है। इंपॉर्टेंट जी फस्ट 2 टर्म्स दीज आर वेरी इंपॉर्टेंट क्योंकि ये डिस्ट्रीब्यूशन स्पीकिंग च भी होगी तो अपनी रीडिंग च भी होगी तो लिसनिंग च भी होगी। उस तो बाद आ जाता डिस्क्राइब इमेज। डिस्क्राइब इमेज है जिहड़ा इहदे विच सब तो ज़्यादा इंपॉर्टेंट फ्लूएंसी है, इहदे कंटेंट इन्ना मैटर नहीं करता। रिटन लेक्चर के विच भी कंटेंट मैटर नहीं करता, बट जिहड़ा कंटेंट हुंदा इन्ना कोई ज़्यादा मैटर नहीं करता। बट इहदे लिसनिंग दे विच मार्क्स जाते हैं 7 to 9 मार्क्स हैं जिहड़े रिटन लेक्चर तो थोड़े उधर जाएंगे। ये लिसनिंग दे विच स्कोर किवें आऊगा, जिवें सपोज करो आपां ना ग्लोबल वार्मिंग ते कोई भी लेक्चर दे रहे हैं कि मैं थोड़ा एक लैक्चर देनी हाँ कि ग्लोबल वार्मिंग इज बिकमिंग अ सीरियस कंसर्न इन द प्रेजेंट सिनेरियो। इंस्टेड ऑफ लेटिंग स्प्रेड फर्दर एक्शन हैड बेटर बी टेकन टू ओवरकम दिस प्रॉब्लम बिकॉज इन द प्रेजेंट सिनेरियो इट हैज मेक द लाइफ ऑफ द पीपल मोर कॉम्प्लिकेटेड एंड स्ट्रेसफुल। सो प्लॉजिबल मेजर्स हैड बेटर बी फाउंड बिकॉज इफ इट दिस प्रॉब्लम लाइकली टू बी इंक्रीज्ड इट विल बी वेरी डिफिकल्ट टू क्योर ऑन इट। तो इदा जो लैक्चर है वो कंप्यूटर थोनों बोलूगा तुसी की कीवर्ड्स जिवें ग्लोबल वार्मिंग बोलिया, प्लॉजिबल मेजर्स बोलिया, इदा स्टार्टिंग दे विच यू शुड गो विद कीवर्ड्स। बट जदों तुसी एग्जाम के नीयर आउंदे हो तो तुसी लाइन्स पिकअप करने की कोशिश करा करो। लाइन का मतलब की है जिवें ग्लोबल वार्मिंग इज़ अ सीरीयस कंसर्न, इदा पोर्शन चकोगे तो थोड़े मार्क्स वध आएंगे। हर कंटेंट दे विचों जां हर लाइन दे विचों वर्ड्स चकने जरूरी नहीं, बट जे तुसी जिन्ना भी तुहानूं अंडरस्टैंड हुंदा उन्ने क दे विचों जिवें आपां कह दईए भी फ्लावर्स आर वेरी इंपॉर्टेंट फॉर द इन्वायरमेंट, तो फ्लावर्स आर वेरी इंपॉर्टेंट ये वाला पोर्शन चकोगे तो थोड़े बहुत ज़्यादा वधिया नंबर आएंगे। फॉर इन्वायरमेंट जिवें स्किप भी हो गया डजेंट मैटर क्योंकि ये की आ पूरा कंटेंट का जो मार्क्स है वो लिसनिंग के स्कोर बूस्ट करूगा तो ऑटोमैटिक थोड़ा रिटेल लेक्चर बहुत वैल ऑर्गेनाइज्ड बनाऊगा। एंड आई विल ऑल्सो गिव यू द टैंपलेट इन विच यू कैन एक्सप्लेन बिकॉज सम टाइम the retake lecture which are given in the examination the content of the retake lecture candidate cannot understand and along with this understand भी हो जाए फिर भी की हुंदा content is very less which is asked and which is given to the given by the examiner to the student and student feel a lot of problems and challenges. The student always feel that it is not possible for them in order to elaborate the written lecture, but I will give you some of the template in which you can add your content and you can add in this way you can
कंप्लीट योर टाइमिंग एंड वो टाइमिंग ते कदे भी ना जाओ कि 25 सेकेंड इट इज़ इंपॉर्टेंट, 35 सेकेंड इट इज़ इंपॉर्टेंट। ट्राई टू कंप्लीट ऑल द कंटेंट, सारा कंटेंट कंप्लीट करने की कोशिश करो। एंड रीसेंटली मेरे एक कैंडीडेट ने बहुत अच्छे स्कोर किए हैं। ਉਹਦਾ ਜਿਹੜਾ ਕੰਟੈਂਟ ਸੀਗਾ, ਉਹਦਾ ਜਿਹੜਾ ਪੋਰਸ਼ਨ ਸੀਗਾ, ਆਲਮੋਸਟ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਕੈਂਡੀਡੇਟਸ ਨੇ, ਤੇ ਜਿਹੜੇ ਸੌਫਟਵੇਅਰ ਮੈਂ ਯੂਜ਼ ਕਰਦੀ ਹਾਂ ਉਹਨਾਂ ਤੇ ਵੀ ਮੈਂ ਐਕਸਪੈਰੀਮੈਂਟ ਕੀਤਾ ਕਿ ਜੇ ਆਪਾਂ ਅਪਰੋਕਸੀਮੇਟਲੀ 30 to 32 ਸੈਕਿੰਡਸ ਤੱਕ ਜਾਂਦੇ ਹਾਂ ਡਿਸਕ੍ਰਾਈਬ ਇਮੇਜ ਤੇ ਰੀਟੇਲ ਲੈਕਚਰ ਦੇ ਵਿੱਚ, ਡੈਫੀਨੇਟਲੀ ਇਟ ਇਜ਼ ਫਰੂਟਫੁਲ ਫॉर ਯੂ ਇਨ ਆਰਡਰ ਟੂ ਬੂਸਟ ਯੂਰ ਸਕੋਰ। ਸੋ ਬੀ ਫੋਕਸ ਰਿਗਾਰਡਿੰਗ ਥੀਸ ਟਾਈਪ ਆਫ ਟਰਮਸ, ਬਟ ਅਦਰਵਾਈਜ਼ ਮੈਂ ਤੁਹਾਨੂੰ 1 by 1 ਇੱਕ ਸੈਕਸ਼ਨ ਕਰਕੇ ਚੰਗੀ ਤਰ੍ਹਾਂ ਇਲੈਬੋਰੇਟ ਕਰੂੰਗੀ ਤਾਂ ਕਿ ਤੁਹਾਨੂੰ ਪ੍ਰੋਪਰਲੀ ਕਲੀਅਰ ਹੋ ਜਾਵੇ। सब तो पहला अपने को स्पीकिंग दे विच सब तो ज़्यादा इंपॉर्टेंट की आ फ्लूएंसी एंड प्रोनाउंसिएशनस। फ्लूएंसी ते प्रोनाउंसिएशन तो सारी स्पीकिंग के जिहड़े मार्क्स हैं वो अपने होंगे। कंटेंट डजंट मैटर, कित्थे नहीं मैटर करता, डिस्क्राइब इमेज ते रीटेल लेक्चर ते शॉर्ट आंसर टाइप क्वेश्चन। इन केस थोड़ा आंसर गलत भी जाता है तो उन्होंने किवें टैकल करना वो भी मैं तुहानूं डिस्कस करूँगी। तो कंटेंट मैटर करता है अपना रिपीट सेंटेंस के विच ते रीड अलाउड्स के विच। रिपीट सेंटेंस के विच भी कंटेंट इन्ना मैटर नहीं करता जिन्ना स्पीकिंग लई मैटर करता, क्योंकि लिसनिंग दे विच ऑलमोस्ट बच्चे स्कोर गैट कर जाते हैं, बट रीडिंग दे विच बहुत औखा हो जाता है। तो रीड अलाउड का जिहड़ा कंटेंट है वो रीडिंग लई इंपॉर्टेंट है, बट जिहड़ी फ्लूएंसी ते प्रोनाउंसिएशन है वो स्पीकिंग लई इंपॉर्टेंट है। कई बच्चे कहते हैं कि बाला स्लो भी नहीं बोलना, बाला फास्ट भी नहीं बोलना, वो किद्दां बोलना है वो आई विल डिस्कस कंप्लीटली। हुण आपां एक सैक्शन नूं डिस्कस करांगे, सारे सैक्शन नूं अरेज करके आपां एक सैक्शन डिस्कस करांगे। वो किहड़ा सैक्शन है? रीड अलाउड्स। बच्चों का बहुत वड्डियां कन्फ्यूजनस होंदियां है कि जे फास्टली बोलांगे फ्लूएंसी दे मार्क्स मिलणगे, बट जे वर्ड ही ना क्लीयर होए वो तुसीं फ्लूएंसी दे मार्क्स करके की करोगे? सपोज करो फॉर एग्जाम्पल अपना जो फ्लूएंसी के जोड़े मार्क्स हैं वो की है 5 मार्क्स एंड कंटेंट के जोड़े मार्क्स हैं, सपोज करो आप मार्क्स में डिस्ट्रीब्यूशन कर लें। मार्क्स जी डिस्ट्रीब्यूशन है वो देखो तुसी फ्लूएंसी के जे 5 मार्क्स लै ले, उधरों कंटेंट के मार्क्स ना आए तो प्रोनाउंसिएशन चो मार्क्स नहीं आए तो थोड़े ओवरऑल स्कोर ते बहुत वड्डा इफैक्ट पऊगा। रीड अलाउड्स नूं तुसी किवें बोलना है? कोहरेंस ऑफ वर्ड्स थोड़े होने चाहिए हैं। कोहरेंस ऑफ वर्ड्स किद्दां होने चाहिए हैं? लाइक जिवें आपां कोई भी पैराग्राफ रीड आउट करते हैं वो पैराग्राफ नूं आपां किद्दां रीड आउट करना है, वो पैराग्राफ नूं आपां ने रीड आउट करना है कोहरेंस पोर्शन दे विच। कोहरेंस किद्दां हुंदा है? जिवें सपोज करो अपने कोले कोई भी है, जिवें मैं हुण रीसेंटली एक लैक्चर दिता ग्लोबल वार्मिंग दे विच, उहदे विच तुसीं ऐ नहीं बोलना कि ग्लोबल वार्मिंग इज अ सीरियस कंसर्न, इंस्टेड ऑफ लेटिंग इट स्प्रेड फर्दर वी कैन से दैट इन द प्रेजेंट सिनेरियो इट इज़ अ नीड टू टेक द एक्शन टू द गवर्नमेंट। इदां नहीं बोलना, तुसीं एक कोहरेंस रखना है जिहदे नाल की है वर्ड भी क्लीयर होगा तो थोड़ी फ्लूएंसी भी होगी तो प्रोनाउंसिएशन भी होगी। सब तो पहला जानो कि वट इज़ फ्लूएंसी। फ्लूएंसी हुंदा कोहरेंस ऑफ वर्ड्स 1 by 1 जदों आपां नहीं तोड़दे किसी चीज़ नूं। फॉर एग्जाम्पल आप एक डिस्कशन करना, एक सिचुएशन या एक स्टोरी डिस्कस कर लैने अपने को कोहरेंस किद्दां होना चाहिए। जिवें सपोज करो एक स्टोरी लिखी हुई है हेलन कैरर की ऑटोबायोग्राफी, स्क्रीन पर अपने को आई जाती है तो आप उन्होंने रीड करी जाते हैं, तो फिर उहदे विच की आऊगा? Here I would like to talk about one of the story that I have heard recently. The story is about Helen Keller. It is an autobiography of Helen Keller who was not only deaf but also blind lady. In spite of this, she wrote her autobiography. ਤਾਂ ਇਦਾਂ ਜਿਵੇਂ ਆਪਾਂ ਸਟੋਰੀ ਮੈਂ ਐਕਸਪਲੇਨ ਕੀਤੀ ਇਹ ਚ ਵਰਡਸ ਦਾ ਕੋਹਰੈਂਸੀ ਐਵੇਂ ਨਹੀਂ ਐਕਸਪਲੇਨ ਕਰਨਾ। Here I would like to talk about a story that is given and the words are given in the computer, ठीक है। लाइक ਉਹਨੂੰ ਕਈ ਵਾਰ ਕੀ ਹੁੰਦਾ there are ਇਹ ਸਿੰਪਲੀ ਬੋਲਿਆ ਜਾਂਦਾ ਜਿਹੜੇ ਵਰਡਸ ਦੇ ਵਿੱਚ ਆਪਾਂ ਸਟਕ ਹੁੰਦੇ ਆ ਉੱਥੇ ਵਰਡਸ ਦੇ ਵਿੱਚ बहुत सारी प्रॉब्लम्स होंदियां तो तुसी एक रिदमैटिक सैक्शन दे विच बोलना है। देयर आर मैनी स्टूडेंट्स प्रेजेंट इन माई क्लास, देयर आर मैनी स्टूडेंट प्रेजेंट इन माई क्लास। ये विच की आ एक तो कंटेंट जाऊगा क्योंकि ऑलमोस्ट फास्टली बोलांगे तो माइंड डिस्टर्ब होगा जिहदे नाल आपां गलत प्रनाउंस करांगे। प्रोनाउंसिएशन दे मार्क्स जाणगे, कंटेंट दे मार्क्स जाणगे जिहदे नाल तुहानूं रीडिंग च स्कोर नहीं मिलूगा एंड स्पीकिंग दा स्कोर भी लूज जाऊगा। सो कोहरेंस, मेनटेनेंस योर कोहरेंस ऑफ रीड अलाउड्स। रीड अलाउड्स इदा नहीं होंदा कि 50 कर लो, 20 कर लो, 100 कर लो, प्रैक्टिस कर लो। प्रैक्टिस का मतलब यही होंदा है कि 5 रीड अलाउड ही कर लो, बट उन्होंने इन्नी चंगी तरह करो ताकि तुसी अपना कोहरेंस कोऑर्डिनेशन पास को एंड यू कैन फाइंड आउट वेयर इज़ अ प्रॉब्लम इन माई रीड अलाउड्स। रीड अलाउड्स के विच किहड़ी प्रॉब्लम है वो तुसी प्रॉपरली फाइंड आउट करो। एक जदों आपां कोहरेंस दे विच पढ़दे हां ਉਹਦੇ ਵਿੱਚ एक नैचुरल पोज ਲੈਣਾ ਜ਼ਰੂਰੀ है। सम ऑफ द कैंडीडेट्स की करते हैं फुल स्टॉप ते एंड ते दैन बिफोर उस तो बाद देयर फोर इदां दे बिकॉज हो गया इदां दे ਜਿਹੜੇ लिंकिंग वर्ड्स हैं इन्हां ते पोजेस नहीं लैंदे। ਉਹ पोजेस किदां लैंदे आ विच लैंदे आ डिस्क्रिमिनेशन
ਪੀਪਲ ਆਰ ਇਦਾਂ ਲੈਂਦੇ ਆ, ਪਹਿਲਾਂ ਬਹੁਤ ਫਾਸਟਲੀ ਪੜ੍ਹਦੇ ਆ ਤੇ ਉਹ ਤੋਂ ਬਾਅਦ ਉਹ ਨੈਚੁਰਲ ਪੋਜ਼ਿਸ ਵੀ ਨਹੀਂ ਲੈਂਦੇ। ਨੈਚੁਰਲ ਪੋਜ਼ ਲੈਣੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਨਾਲ ਕੀ ਆ, ਆਪਾਂ ਨੂੰ ਇੱਕ ਸਾਹ ਲੈਣ ਦਾ, ਬਰੀਥ ਕਰਨ ਦਾ ਟਾਈਮ ਮਿਲ ਜਾਂਦਾ ਹੈ, ਜਿਹਦੇ ਨਾਲ ਆਪਾਂ ਜਦੋਂ ਸੈਕਿੰਡ ਵਰਡਸ ਪੜ੍ਹਦੇ ਆ ਉਹ ਆਪਣੇ ਮੂੰਹ ਦੇ ਵਿੱਚ ਫਸਦੇ ਨਹੀਂ, ਉਹ ਕੀ ਆ ਪ੍ਰੋਪਰਲੀ ਪ੍ਰੋਨਾਊਂਸ ਹੋ ਜਾਂਦੇ ਆ। ਤਾਂ ਇਦਾਂ ਜਿਹੜਾ ਕੰਟੈਂਟ ਹੈ ਉਹਦੇ ਤੇ ਵਰਕ ਆਊਟ ਕਰਨ ਦੀ ਆਪਾਂ ਨੂੰ ਲੋੜ ਹੈ। ਜੇ ਤੁਸੀਂ ਜਿਹੜੇ ਵੀ ਮੈਂ ਟਿਪਸ ਤੁਹਾਨੂੰ ਦਿੱਤੇ ਆ ਉਹਨਾਂ ਨੂੰ ਐਕਸਪੈਰੀਮੈਂਟ ਵੀ ਮੈਂ ਤੁਹਾਨੂੰ ਕਰਕੇ ਦਿਖਾਊਂਗੀ, ਸਕਰੀਨ ਰਿਕਾਰਡਿੰਗ ਕਰਕੇ ਤੁਹਾਨੂੰ ਪ੍ਰੋਪਰਲੀ ਦੱਸੂੰਗੀ ਵੀ ਇਹਦੇ ਵਿੱਚ ਐ ਕਰਕੇ ਬੋਲਣਾ ਹੈ। ਤਾਂ ਉਹਦੇ ਵਿੱਚ ਕੀ ਆ, ਮਤਲਬ ਜੇ ਤੁਸੀਂ ਇਹ ਚੀਜ਼ਾਂ ਫੋਲੋ ਕਰੋ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਰੀਡ ਅਲਾਊਡ ਦਾ ਸਕੋਰ ਹੈ ਉਹ 14 ਤੱਕ ਜਾਊਗਾ, 13 to 14 ਆਲਮੋਸਟ ਜਾਊਗਾ। ਬਟ ਜਿਹੜੇ ਬੱਚੇ ਬਹੁਤ ਫਾਸਟਲੀ ਬੋਲਦੇ ਆ, ਫਾਸਟਲੀ ਬੋਲੋਗੇ ਤਾਂ ਐਰਰ ਆਊਗਾ। ਐਰਰ ਕਿੱਥੇ ਆਊਗਾ? ਪ੍ਰੋਨੰਸੀਏਸ਼ਨ ਤੇ ਕੰਟੈਂਟ। ਇੱਥੇ ਫਲੂਐਂਸੀ ਦੇ ਮਾਰਕਸ ਮਿਲ ਜਾਣਗੇ ਬਟ ਇਹਦੇ ਮਾਰਕਸ ਨਹੀਂ ਮਿਲਣੇ ਤੁਹਾਨੂੰ, ਇਹਨਾਂ ਦੋਨਾਂ ਦੇ। ਬਟ ਜੇ ਚਾਹੁੰਦੇ ਹੋ ਫਲੂਐਂਸੀ ਦੇ ਵੀ ਮਿਲਣ, ਪ੍ਰੋਨੰਸੀਏਸ਼ਨ ਦੇ ਵੀ ਮਿਲਣ ਐਂਡ ਕੰਟੈਂਟ ਦੇ ਵੀ ਮਿਲਣ, ਤਾਂ ਉਹਦੇ ਵਿੱਚ ਕੀ ਚਾਹੀਦਾ? ਇੱਕ ਰਿਦਮੈਟਿਕ ਵੇ। ਰਿਦਮੈਟਿਕ ਮਤਲਬ ਕੋਹਰੈਂਸ ਆਫ ਵਰਡਸ, ਪਿਆਰ ਨਾਲ ਵਰਡਸ ਨੂੰ ਪੜ੍ਹਨਾ ਹੈ। ਇੱਕ ਜਦੋਂ ਵੀ ਆਪਾਂ ਵਰਡਸ ਨੂੰ ਪੜ੍ਹਦੇ ਹਾਂ ਸਟ੍ਰੈਸ ਨਹੀਂ ਦੇਣਾ ਵਰਡਸ ਨੂੰ ਤੁਸੀਂ ਪੂਰੇ ਪਿਆਰ ਨਾਲ ਪੜ੍ਹਨਾ ਤਾਂ ਕਿ ਜਿਹੜਾ ਵਰਡ ਹੈ ਉਹ ਪ੍ਰੋਪਰਲੀ ਕਲੀਅਰ ਹੋਵੇ ਤੇ ਵਰਡ ਦੇ ਨਾਲ ਜਿਹੜੇ ਕੰਟੈਂਟ ਤੇ ਮਾਰਕਸ ਆ ਉਹ ਵੀ ਮਿਲ ਜਾਣ ਤੇ ਤੁਹਾਨੂੰ ਪੂਰਾ ਸ਼ੋਰਿਟੀ ਵੀ ਹੋਵੇ। ਐਂਡ ਜਿਹੜਾ ਵਰਡ ਤੁਹਾਡਾ ਸਕਿਪ ਹੁੰਦਾ ਇਹਦੇ ਵਿੱਚ ਦੇਖੋ ਕਿਵੇਂ ਟਾਈਮਿੰਗ ਕਿਵੇਂ ਹੁੰਦੀ ਆ। 35 ਸੈਕਿੰਡਸ ਤੁਹਾਨੂੰ ਪੜ੍ਹਨ ਲਈ ਦਿੰਦੇ ਆ ਐਂਡ 40 ਸੈਕਿੰਡਸ ਦੇ ਵਿੱਚ ਤੁਸੀਂ ਕੰਪਲੀਟ ਕਰਨਾ ਹੁੰਦਾ। ਇਹਦੇ ਵਿੱਚ ਵੀ ਟਿਪਸ ਹੈ ਕਿਉਂਕਿ ਇਹਦੇ ਵਿੱਚ ਬੱਚਿਆਂ ਨੂੰ ਕਾਫੀ ਕਨਫਿਊਜ਼ਨਸ ਹੁੰਦੀਆਂ ਜਿਹਦੇ ਕਰਕੇ ਇੱਕ ਸਿੰਪਲ ਜਿਹੇ ਟਿਪਸ ਕਰਕੇ ਉਹਨਾਂ ਦੇ ਸਕੋਰ ਨਹੀਂ ਆਉਂਦੇ। ਕਿਵੇਂ ਟਿਪਸ ਹੈ? 35 ਸੈਕਿੰਡਸ ਜਦੋਂ ਹੋਣਗੇ ਡੋਂਟ ਗੋ ਵਿਦ ਓਨਲੀ ਕੀਵਰਡਸ ਤੇ ਨਹੀਂ ਜਾਣਾ ਜਿਹੜੇ ਟਫ ਹੈ। ਪਹਿਲਾਂ ਤੁਸੀਂ 35 ਸੈਕਿੰਡ ਉਹਨੂੰ ਪੂਰੇ ਨੂੰ ਪੜ੍ਹਨਾ, ਉਹ ਤੋਂ ਬਾਅਦ ਜਿਹੜੇ ਵਰਡਸ ਤੁਹਾਨੂੰ ਟਫ ਲੱਗਦੇ ਆ ਉਹਨਾਂ ਨੂੰ ਪ੍ਰੋਨਾਊਂਸ ਕਰਕੇ ਦੇਖੋ। ਜੇ ਤਾਂ ਉਹ ਹੋ ਜਾਂਦੇ ਆ ਠੀਕ ਹੈ, ਜੇ ਉਹ ਨਹੀਂ ਹੁੰਦੇ ਤਾਂ ਉਹਨਾਂ ਤੇ ਵਰਕਆਊਟ ਕਰੋ ਰੈਗੂਲਰ ਕਲਾਸਿਸ ਦੇ ਵਿੱਚ। ਬਟ ਇਨ ਕੇਸ ਮਾੜੀ ਕਿਸਮਤ ਨਾਲ ਜੇ ਪੇਪਰ ਦੇ ਵਿੱਚ ਇਦਾਂ ਦਾ ਪੋਰਸ਼ਨ ਆ ਗਿਆ ਤਾਂ ਜਿਵੇਂ ਕਈ ਵਾਰ ਕੀ ਹੁੰਦਾ ਬੱਚੇ ਦਾ, ਜਿਵੇਂ ਸਪੋਜ਼ ਕਰੋ ਫਿਲਾਸਫੀਜ਼ ਵਰਡਸ ਹੈ ਤਾਂ ਫਿਲਾਸਫੀ ਵਰਡ ਹੈ ਜਿਹੜਾ ਉਹ ਫਸ ਰਿਹਾ ਪਹਿਲਾਂ, ਮਤਲਬ ਆਪਾਂ ਨੂੰ ਪ੍ਰੋਨਾਊਂਸ ਨਹੀਂ ਹੋ ਰਿਹਾ, ਤਾਂ ਜਦੋਂ ਤੁਸੀਂ ਉਹਦੇ ਤੇ ਆਉਂਗੇ ਆਟੋਮੈਟਿਕ ਦਿਮਾਗ ਤੁਹਾਨੂੰ ਮੈਸੇਜ ਦੇਊਗਾ ਕਿ ਮਤਲਬ ਤੁਹਾਡੀ ਪ੍ਰੋਨੰਸੀਏਸ਼ਨ ਇਹਦੇ ਵਿੱਚ ਰੋਂਗ ਸੀ। ਤਾਂ ਉੱਥੇ ਤੁਸੀਂ ਮਤਲਬ ਫਲੂਐਂਸੀ ਵੀ ਜਾਊ, ਤੁਹਾਡੀ ਪ੍ਰੋਨੰਸੀਏਸ਼ਨ ਵੀ ਜਾਊ, ਤੁਹਾਡਾ ਕੰਟੈਂਟ ਵੀ ਜਾਊ। ਤਾਂ ਉਹ ਵਰਡਸ ਨੂੰ ਤੁਸੀਂ ਕੀ ਕਰਨਾ, ਐਗਜ਼ਾਮ ਦੇ ਵਿੱਚ ਸਕਿਪ ਕਰਨਾ, ਬਟ ਇਹਦੇ ਵਿੱਚ ਤੁਸੀਂ ਕੀ ਕਰਨਾ ਉਹਨੂੰ ਸਕਿਪ ਨਹੀਂ ਕਰਨਾ ਕਿਉਂਕਿ ਰੈਗੂਲਰ ਪ੍ਰੈਕਟਿਸ ਦੇ ਵਿੱਚ ਤਾਂ ਆਪਾਂ ਨੇ ਪ੍ਰੈਕਟਿਸ ਕਰਨੀ ਹੈ ਨਾ। ਤਾਂ ਉਹ ਵਰਡਸ ਨੂੰ ਪ੍ਰੋਨਾਊਂਸ ਕਰਕੇ 100 ਟਾਈਮਸ 50 ਟਾਈਮਸ 20 ਟਾਈਮਸ ਆਪਣੇ ਲਿਪਸ ਤੇ ਪ੍ਰੋਪਰਲੀ ਪੋਲਿਸ਼ ਕਰ ਲਓ। ਇੱਕ ਵਰਡਸ ਤੇ ਸਟ੍ਰੈਸ ਨਹੀਂ ਦੇਣਾ, ਬਹੁਤ ਪਿਆਰਲੀ, ਬਹੁਤ ਰਿਦਮੈਟਿਕ ਪੋਰਸ਼ਨ ਦੇ ਵਿੱਚ ਮਤਲਬ ਬੜੇ ਆਰਾਮਦਾਇਕ ਤਰੀਕੇ ਦੇ ਨਾਲ ਤੁਸੀਂ ਵਰਡ ਪ੍ਰੋਨਾਊਂਸ ਕਰਨੇ ਆ। ਉਹਦੇ ਨਾਲ ਸਪੀਡ ਅਪ ਹੁੰਦੀ ਆ, ਉਹਦੇ ਨਾਲ ਜਿੰਨਾ ਤੁਸੀਂ ਫਾਸਟ ਬੋਲਦੇ ਹੋ ਉਹਦੇ ਨਾਲ ਸਪੀਡ ਨਹੀਂ, ਉਹਦੇ ਨਾਲ ਐਰਰਸ ਆਉਂਦੇ ਆ। ਤਾਂ ਇਦਾਂ ਆਪਾਂ ਨੇ ਆਹ ਸਾਰਾ ਪੋਰਸ਼ਨ ਡਿਸਕਸ ਕਰਨਾ ਹੈ। 35 ਸੈਕਿੰਡਸ ਜਿਹੜੇ ਤੁਹਾਨੂੰ ਮਿਲਣਗੇ ਪੂਰਾ ਰੀਡ ਅਲਾਊਡ ਤੁਸੀਂ ਪ੍ਰੋਪਰ ਬੋਲ ਕੇ ਦੇਖਣਾ ਹੈ ਕਿਉਂਕਿ ਜਦੋਂ 40 ਸੈਕਿੰਡ ਚੱਲੂਗਾ 40 ਸੈਕਿੰਡ ਤੇ ਤੁਸੀਂ ਪ੍ਰੋਪਰਲੀ ਪੜ੍ਹੋਗੇ ਤਾਂ ਤੁਹਾਡਾ ਕੀ ਹੋ ਜਾਊਗਾ, ਤੁਹਾਡਾ ਪੂਰਾ ਮਤਲਬ ਪੋਲਿਸ਼ ਹੋ ਜਾਊਗਾ ਇੱਕ ਤਰ੍ਹਾਂ ਦਾ, ਤੇ ਉਹਦੇ ਨਾਲ ਤੁਹਾਡੀ ਫਲੂਐਂਸੀ ਵੀ ਵੱਧ ਜੂਗੀ, ਪ੍ਰੋਨੰਸੀਏਸ਼ਨ ਵੀ ਵੈਲਿਊ ਸਹੀ ਹੋ ਜੂਗੀ ਤੇ ਕੰਟੈਂਟ ਵੀ ਕਲੀਅਰ ਹੋ ਜਾਊਗਾ। ਤਾਂ ਹੁਣ ਆਪਾਂ ਐਕਸਪੈਰੀਮੈਂਟ ਕਰਾਂਗੇ। ਲੈਟਸ ਗੋ ਵਿਦ ਦ ਐਕਸਪੈਰੀਮੈਂਟ ਇਨ ਵਿਚ ਯੂ ਕੈਨ know that what kind of tips what kind of tips we should use, and the tips and tricks that I have explained I will prove in the coming minutes। ठीक है, प्रॉपरली मैं ਤੁਹਾਨੂੰ ਪ੍ਰੋਨਾਊਂਸ ਕਰਕੇ ਦਿਖਾਉਂਗੀ ਵੀ ਤੁਸੀਂ ਕਿਵੇਂ ਇਸ ਚੀਜ਼ ਨੂੰ ਪੋਰਸ਼ਨ ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਲੈਟਸ ਗੋ ਵਿਦ ਦ ਪ੍ਰੈਪਰੇਸ਼ਨ ਆਫ ਰੀਡ ਅਲਾਊਡਸ।